So, hello students. Today we have decided to do the next poem in the syllabus of 12th class in the book A Rainbow of English. The poem's title is On Friendship. The poem is written by, the poem is penned down by Khalil Gibran. He was a Lebanese writer who later immigrated to America, ਜਿਹੜੀ ਕਿ ਲੇਬਨਾਨ ਦੇ ਵਿੱਚ ਜਿਹਨਾਂ ਦਾ ਜਨਮ ਹੋਇਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੁਝ ਪ੍ਰੋਬਲਮਸ ਕਰਕੇ ਅਮਰੀਕਾ ਦੇ ਵਿੱਚ ਸ਼ਿਫਟ ਹੋਣਾ ਪਿਆ ਸੀ ਓਕੇ ਸੋ ਹਿਸ poem's title is On Friendship. So let's start reading the poem. And a youth said, speak to us of friendship. ਇੱਕ ਯੂਥ ਨੇ ਕਿਹਾ, ਇੱਕ ਨੌਜਵਾਨ ਨੇ ਪੁੱਛਿਆ ਕਿ ਸਾਨੂੰ ਫਰੈਂਡਸ਼ਿਪ ਬਾਰੇ ਦੱਸੋ, ਫਰੈਂਡਸ਼ਿਪ ਤੇ ਦੱਸੋ ਕੁਝ ਵੀ ਫਰੈਂਡਸ਼ਿਪ ਦੋਸਤੀ ਕੀ ਹੈ। ਯੋਰ ਫਰੈਂਡ ਯੋਰ ਨੀਡਸ ਆਨਸਰ, ਤੁਹਾਡਾ ਦੋਸਤ ਕੀ ਹੈ, ਤੁਹਾਡੀਆਂ ਲੋੜਾਂ ਨੇ। ਜੋ ਪੋਇਟ ਕਹਿੰਦੇ ਨੇ ਜਾਂ ਜੋ ਵੀ ਇਸ ਦੇ ਵਿੱਚ ਨੈਰੇਟਰ ਨੇ, ਸਪੀਕਰ ਨੇ ਪਾਉਂਦੇ, ਉਹ ਬੋਲ ਰਹੇ ਨੇ ਕਿ ਤੁਹਾਡੇ ਜਿਹੜੇ ਫਰੈਂਡ ਨੇ, ਯੋਰ ਫਰੈਂਡ ਇਜ਼ ਯੋਰ ਨੀਡਸ, ਉਹ ਤੁਹਾਡਾ ਫਰੈਂਡ ਕੀ ਨੇ, ਤੁਹਾਡੀਆਂ ਲੋੜਾਂ ਨੇ। He is your field which you sow with love and reap with thanksgiving. ਉਹ ਤੁਹਾਡੀ ਉਹ ਜ਼ਮੀਨ ਹੈ ਜਿਹੜੀ ਕਿ ਤੁਸੀਂ ਪਿਆਰ ਦੇ ਨਾਲ ਬੀਜਦੇ ਹੋ and reap with thanksgiving, ਤੇ ਜਿਸ ਨੂੰ ਕੱਟਦੇ ਹੋ, ਜਿਸ ਦਾ ਜਿਹੜਾ ਝਾੜ ਪ੍ਰਾਪਤ ਕਰਨਾ ਉਹ ਤੁਸੀਂ thanksgiving ਨਾਲ ਉਸਦਾ ਸ਼ੁਕਰਾਨਾ ਕਰਕੇ ਪ੍ਰਾਪਤ ਕਰ ਦੋਗੇ। and he your board and your fireside, ਉਹ ਤੁਹਾਡਾ ਬੋਰਡ ਹੈ। ਬੋਰਡ ਮੀਨਸ ਕੋਈ ਵੀ ਆਪਣਾ ਬੈੱਡ ਵਗੈਰਾ ਜੋ ਵੀ ਓਕੇ, ਜਿੱਥੇ ਤੁਸੀਂ ਪੈਣੋਗੇ, ਆਰਾਮ ਕਰਦੇ ਹੋਗੇ। ਐਂਡ ਯੋਰ ਫਾਇਰ ਸਾਈਡ, ਜਿਹੜਾ ਜਾਂ ਕੀ ਹੈ ਤੁਹਾਡਾ ਉਹ ਫਾਇਰ ਸਾਈਡ ਹੈ। ਫਾਇਰ ਸਾਈਡ ਐਕਚੁਅਲੀ ਜੋ ਇੰਗਲਿਸ਼ ਲੋਕ ਹੁੰਦੇ ਨੇਗੇ, ਓਬਵੀਅਸਲੀ ਉਧਰ ਸਨੋਫਾਲ ਹੁੰਦਾ ਰਹਿੰਦਾ ਤਾਂ ਸਰਦੀ ਜ਼ਿਆਦਾ ਹੁੰਦੀ ਹੈ, ਤਾਂ ਉਹਨਾਂ ਨੇ ਘਰ ਦੇ ਵਿੱਚ ਇੱਕ ਚਿਮਨੀ ਬਣਾਈ ਹੁੰਦੀ ਹੈ ਓਕੇ। ਸੋ ਉੱਥੇ ਕੀ ਨੇ, ਜਦੋਂ ਵੀ ਉਹਨਾਂ ਨੂੰ ਸਰਦੀ ਵਗੈਰਾ ਲੱਗਦੀ ਹੈ ਤਾਂ ਉੱਥੇ ਜਾਂਦੇ ਨੇ, ਤੇ ਇਸ ਤੋਂ ਇਲਾਵਾ ਉਹ ਸਾਰੇ ਦੇ ਸਾਰੇ ਘਰ ਨੂੰ ਵੀ ਗਰਮ ਰੱਖਦੀ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈਗਾ, ਫਾਇਰ ਸਾਈਡ ਓਕੇ। ਜੋ ਕੀ ਹੈ ਤੁਹਾਡਾ ਉਹ ਫਾਇਰ ਸਾਈਡ ਹੈ, ਜਿੱਥੇ ਕਿ ਜਦੋਂ ਵੀ ਤੁਹਾਨੂੰ ਲੋੜ ਹੈ, ਤੁਹਾਨੂੰ ਸਰਦੀ ਲੱਗਦੀ ਹੈਗੀ, ਠੰਡ ਦੀ ਤੁਹਾਨੂੰ ਆਪਣਾਤ ਦੀ ਜ਼ਰੂਰਤ ਹੈ, ਗਰਮਾਹਟ ਦੀ ਜ਼ਰੂਰਤ ਹੈਗੀ, ਤਾਂ ਤੁਸੀਂ ਉਸ ਦੇ ਕੋਲ ਜਾਂਦੇ ਹੋ। for you come to him with your hunger, ਜਿਸ ਕੋਲ ਕੀ ਹੈ ਤੁਸੀਂ ਭੁੱਖ ਦੇ ਵੇਲੇ ਆਉਂਦੇ ਹੋ, ਜੋ ਤੁਹਾਨੂੰ ਭੁੱਖ ਲੱਗੀ ਹੁੰਦੀ ਹੈ। and you seek him for peace, ਤੇ ਤੁਸੀਂ ਉਸ ਨੂੰ ਉਸ ਕੋਲ ਕਿਉਂ ਜਾਂਦੇ, ਤਾਂ ਕਿ ਤੁਹਾਨੂੰ ਸ਼ਾਂਤੀ ਪ੍ਰਾਪਤ ਹੋ ਸਕੇ। when your friend speaks his mind, you fear not the nay in your mind, in your own mind. ਜਦੋਂ ਤੁਹਾਡਾ ਦੋਸਤ ਕਹਿੰਦਾ ਗਾ, ਜਦੋਂ ਤੁਹਾਡਾ ਦੋਸਤ ਬੋਲਦਾ ਗਾ, ਜੋ ਤੁਹਾਡਾ ਦੋਸਤ ਆਪਣਾ ਮਾਈਂਡ ਤੋਂ ਡਾਇਰੈਕਟਲੀ ਬੋਲ ਰਿਹਾ ਹੁੰਦਾ, ਉੱਥੇ ਕੋਈ ਫਿਲਟਰ ਨਹੀਂ ਹੁੰਦਾ, ਡਾਇਰੈਕਟਲੀ ਜੋ ਉਹਦੇ ਦਿਲ 'ਚ ਹੁੰਦਾ ਉਹ ਦੱਸ ਰਹਿੰਦਾ। ਸੋ you fear not the nay in your own mind, nor do you withhold the eye. ਮੀਨਸ ਕਿ ਇੱਕ ਜਿਹੜਾ ਟਰੂ ਫਰੈਂਡ ਹੈਗਾ ਉਹ ਦਿਲੋਂ ਗੱਲ ਕਰੂਗਾ। ਜੇ ਉਸ ਨੂੰ ਲੱਗੇ ਕਿ ਕਿਸੇ ਚੀਜ਼ ਦੇ ਲਈ ਹਾਂ ਕਰਨੀ ਚਾਹੀਦੀ ਹੈ ਤਾਂ ਹਾਂ ਕਰੇਗਾ, ਜੇ ਉਸ ਨੂੰ ਲੱਗੇਗਾ ਕਿ ਇਹ ਚੀਜ਼ ਨਹੀਂ ਹੈ ਤਾਂ ਨਹੀਂ ਹੈ, ਮੀਨਸ ਉਹ ਕੀ ਟਰੁੱਥ ਦਾ ਸਾਥ ਦੇਗਾ, ਸੱਚਾਈ ਦਾ ਸਾਥ ਦੇਗਾ। ਗੈਟਿੰਗ ਮਾਈ ਪੁਆਇੰਟ। and when he is silent, your heart ceases not to listen to his heart, ਤੇ ਜਦੋਂ ਕੀ ਹੈ ਉਹ ਸ਼ਾਂਤ ਹੁੰਦਾ ਹੈ। and when he is silent, your heart ceases not to listen to his heart, ਜਦੋਂ ਕੀ ਆ ਉਹ ਸ਼ਾਂਤ ਹੁੰਦਾ ਗਾ, ਤੁਹਾਡਾ ਦਿਲ ਉਸਦੇ ਦਿਲ ਨੂੰ ਸੁਣਨਾ ਬੰਦ ਨਹੀਂ ਕਰਦਾ ਗਾ, ਤੁਸੀਂ ਉਸਦੇ ਦਿਲ ਨੂੰ ਸ਼ਾਂਤੀ ਦੇ ਸਮੇਂ ਵੀ ਸੁਣਦੇ ਹੋਗੇ ਕਿ ਉਸਦੇ ਦਿਲ ਵਿੱਚ ਕੀ ਚੱਲ ਰਿਹਾ, ਉਸਦੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਗਾ, ਉਸ ਦੀਆਂ ਮੁਸ਼ਕਿਲਾਂ ਕੀ ਨੇ, ਕੁਛ ਨਾ ਔਕੜਾਂ ਕੀ ਨੇ, ਤੁਸੀਂ ਉਹ ਸਾਰਾ ਕੁਝ ਸਮਝ ਰਹੇ ਹੋਗੇ। ਇਫ ਯੂ ਆਰ ਅ ਟਰੂ ਫਰੈਂਡ, ਜੇ ਤੁਸੀਂ ਸੱਚੇ ਦੋਸਤ ਹੋ। ਫॉर ਵਿਦਾਊਟ ਵਰਡਸ, ਬਿਨਾਂ ਸ਼ਬਦਾਂ ਤੋਂ, ਇਨ ਫਰੈਂਡਸ਼ਿਪ all thoughts, all desires, all expectations are born and shared with joy that is unacclaimed. ਬਿਨਾਂ ਸ਼ਬਦਾਂ ਤੋਂ, ਬਿਨਾਂ ਜਦੋਂ ਤੁਸੀਂ ਇੱਕ ਦੋਸਤ ਨਾਲ ਮੁਹੱਬਤ ਦੇ ਵਿੱਚ ਹੁੰਦੇ ਹੋਗੇ ਤਾਂ ਤੁਸੀਂ ਦੋਸਤੀ ਦੇ ਵਿੱਚ ਕੁਝ ਵੀ ਸ਼ਬਦ ਨਹੀਂ ਕਹਿੰਦੇ ਗੇ, ਉਸ ਥੈਂਕ ਯੂ ਜਾਂ ਉਸਦੀ ਪ੍ਰੇਜ਼ ਨਹੀਂ ਕਰਦੇ, ਉਹ ਸਾਰਾ ਕੁਝ ਨਹੀਂ ਕਰਦੇ। ਯੂ ਡੂ ਨਾਟ ਸ਼ਾਵਰ ਪ੍ਰੇਜ਼ਸ, ਹੈ ਨਾ, ਤੁਸੀਂ ਉਸ 'ਤੇ ਜੋ ਆਪਾਂ ਕਹਿ ਦਿੰਦੇ ਹੈਗੇ ਤਾਰੀਫ ਦੇ ਪੁੱਲ ਨਹੀਂ ਬਣਦੇ ਗੇ ਦੋਸਤੀ ਦੇ ਵਿੱਚ। ਜਿਹੜੇ ਤੁਹਾਡੇ ਆਲ ਥਾਟਸ ਨੇ, ਡਿਜ਼ਾਇਰਸ ਨੇ, ਆਲ ਐਕਸਪੈਕਟੇਸ਼ਨਸ ਨੇਗੀ, ਉਹ ਕਿਵੇਂ ਤੁਸੀਂ ਉਹ ਜਨਮ ਤੋਂ ਹੀ ਬਣਦੇ ਹੋਗੇ ਦੋਸਤੀ ਦੀ, ਜਦੋਂ ਤੁਹਾਡੀ ਦੋਸਤੀ ਦੀ ਸ਼ੁਰੂਆਤ ਹੈ ਤੁਸੀਂ ਬਣਦੇ ਹੋ। ਜਿਹੜੀ ਤੁਹਾਡਾ ਚਾਅ ਹੁੰਦਾ, ਜਿਹੜਾ ਤੁਹਾਡੀ ਖੁਸ਼ੀ ਹੁੰਦੀ ਹੈਗੀ, ਉਹ ਅਨਕਲੇਮਡ ਹੁੰਦੀ ਹੈਗੀ, ਮੀਨਸ ਉਹ ਕਿਸੇ ਇੱਕ ਦੀ ਨਹੀਂ ਹੁੰਦੀ, ਉਹ ਤੁਹਾਡੀ ਦੋਵਾਂ ਦੀ, ਜਾਂ ਤੁਸੀਂ ਜੋ ਵੀ ਜਿੰਨੇ ਵੀ ਦੋਸਤ ਹੋ, ਉਹ ਕੀ ਇੱਕ ਤੁਹਾਡੀ ਸਾਂਝੀ ਹੁੰਦੀ ਹੈਗੀ ਓਕੇ।
when you part from your friend you grieve not, ਜਦੋਂ ਤੁਸੀਂ ਆਪਣੇ ਦੋਸਤ ਤੋਂ ਅਲੱਗ ਹੁੰਦੇ ਹੋ you grieve not, ਤੁਸੀਂ ਦੁੱਖ ਨਹੀਂ ਮਨਾਉਂਦੇ ਗੇ, for that which you love most in him may be clearer in his absence, ਕਿਉਂਕਿ ਜਦੋਂ ਤੁਹਾਡਾ ਦੋਸਤ ਤੁਹਾਡੇ ਤੋਂ ਦੂਰ ਚਲਾ ਜਾਂਦਾ ਗਾ ਤਾਂ ਜਿਹੜੀ ਚੀਜ਼ ਕਰਕੇ ਤੁਸੀਂ ਆਪਣੇ ਦੋਸਤ ਨੂੰ ਮੁਹੱਬਤ ਕਰਦੇ ਹੋ, ਜਿਹੜੀ ਚੀਜ਼ ਦੀ ਵਜ੍ਹਾ ਕਰਕੇ, ਜਿਸ ਵਿਚਾਰ ਦਾ ਜੋ ਵੀ ਉਸ ਦੇ ਵਿੱਚ ਕੋਈ ਗੱਲਬਾਤ ਹੈ ਉਸ ਦੀ ਵਜ੍ਹਾ ਕਰਕੇ ਤੁਸੀਂ ਉਸ ਨੂੰ ਮੁਹੱਬਤ ਕਰਦੇ ਹੋ, ਤਾਂ ਉਹ ਚੀਜ਼ ਕੀ ਹੈ ਕਿ ਕਲੀਅਰ ਹੋ ਜੂਗੀ ਉਸ ਦੀ ਐਬਸੈਂਸ ਦੇ ਵਿੱਚ ਕਿ ਤੁਸੀਂ ਉਸ ਨੂੰ ਕਿਹੜੀ ਚੀਜ਼ ਕਰਕੇ ਪਸੰਦ ਕਰਦੇ ਹੋ। as the mountain to the climber is as the mountain to the climber is clearer from the plain, ਤੇ ਜਿਵੇਂ ਕਿ ਕਲਾਈਮਰ ਦੇ ਲਈ ਜੋ ਪਰਬਤ ਵਗੈਰਾ ਚੜ੍ਹਦੇ ਨੇਗੇ ਉਹਨਾਂ ਦੇ ਲਈ ਮਾਊਂਟੇਨ ਕਲੀਅਰ ਹੁੰਦੀ ਹੈਗੀ ਕਿੱਥੋਂ, ਪਲੇਨ ਤੋਂ, ਮੈਦਾਨ ਤੋਂ, ਜਿਵੇਂ ਮੈਦਾਨ ਤੋਂ ਪਰਬਤ ਨਜ਼ਰ ਆ ਜਾਂਦਾ ਉਵੇਂ ਤੁਹਾਨੂੰ ਆਪਣੇ ਦੋਸਤ ਦੀ ਉਹ ਚੰਗਾਈਆਂ ਨਜ਼ਰ ਆ ਜਾਣਗੀਆਂ, ਉਹ ਚੰਗੀ ਚੀਜ਼ਾਂ ਨਜ਼ਰ ਆ ਜਾਣਗੀਆਂ ਜਦੋਂ ਕਿ ਉਹ ਐਬਸੈਂਟ ਹੋਊਗਾ, ਜਦੋਂ ਤੁਹਾਡੇ ਕੋਲ ਨਹੀਂ ਹੋਊਗਾ। and let there be no purpose in friendship save the deepening of the spirit, ਤੇ ਦੋਸਤੀ ਦੇ ਵਿੱਚ ਕੋਈ ਵੀ ਮਕਸਦ ਨਹੀਂ ਹੋਣਾ ਚਾਹੀਦਾ, ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਜੇ ਦੋਸਤੀ 'ਚ ਮਤਲਬ ਹੈ ਤਾਂ ਉਹ ਦੋਸਤੀ ਨਹੀਂ ਹੈਗੀ, ਸਿਰਫ ਤੇ ਸਿਰਫ ਇੱਕੋ ਹੀ ਉਸ ਦਾ ਮਤਲਬ ਹੋਣਾ ਚਾਹੀਦਾ ਹੈਗਾ the deepening of the spirit, that means ਤੁਸੀਂ ਅਧਿਆਤਮਿਕ ਤੌਰ ਤੇ ਜੋ ਤੁਹਾਡੀ ਅਧਿਆਤਮਿਕ ਤੁਹਾਡਾ ਰਿਸ਼ਤਾ ਹੈਗਾ, ਆਤਮਾ ਦਾ ਜਿਹੜਾ ਰਿਸ਼ਤਾ ਹੈਗਾ ਉਹ ਕੀ ਹੋਰ ਗਹਿਰਾ ਹੋ ਰਿਹਾ ਹੁੰਦਾ, ਓਕੇ, ਹੋਰ ਤੁਹਾਡੀ ਕੁਝ ਤੁਹਾਡੀ ਦੋਸਤੀ ਦੇ ਵਿੱਚ ਕੋਈ ਵੀ ਮਕਸਦ ਨਹੀਂ ਹੋਣਾ ਚਾਹੀਦਾ। for love that seeks out but the disclosure of its own mystery is not love, ਉਹ ਪਿਆਰ ਜਿਹੜਾ ਕੀ ਹੈਗਾ ਕੁਝ ਵੀ ਹੋਰ ਨਹੀਂ ਸੋਚਦਾ ਗਾ, ਓਕੇ, but the disclosure of its own mystery, ਤੇ ਜਿਹੜਾ ਕਿ ਸਿਰਫ ਤੇ ਸਿਰਫ ਆਪਣੀ ਮਿਸਟਰੀ ਜੋ ਉਸ ਦੇ ਵਿੱਚ ਰਹੱਸ ਆ ਦੋਸਤੀ ਦੀ ਜਿਹੜੀ ਖੂਬਸੂਰਤੀ ਹੈ ਉਹਨੂੰ ਜੇ ਡਿਸਕਲੋਜ਼ ਕਰਦਾ, ਦੱਸਦਾ ਰਹਿੰਦਾ ਗਾ ਕਿ ਇਸ ਕਰਕੇ ਆਪਾਂ ਦੋਸਤ ਅਸੀਂ ਇਦਾਂਗੇ ਅਸੀਂ ਉਦਾਂਗੇ, ਸੋ ਉਹ ਕੀ ਹੈਗਾ ਇਟ ਇਜ਼ ਨਾਟ ਲਵ, ਦਾ ਪੋਇਟ ਸੇਜ਼, ਜੇ ਤੁਸੀਂ ਤੁਹਾਡੀ ਦੋਸਤੀ ਦੇ ਵਿੱਚ ਕੀ ਹੈਗਾ ਕਿ ਤੁਸੀਂ ਬਾਰ-ਬਾਰ ਐਕਸਪ੍ਰੈਸ ਕਰਦੇ ਰਹਿੰਦੇ ਹੋ ਚੀਜ਼ਾਂ ਨੂੰ, ਓਕੇ, ਦੈਨ ਇਟ ਇਜ਼ ਨਾਟ ਲਵ, ਤਾਂ ਉਹ ਸਹੀ ਪਿਆਰ ਹੈ ਨਹੀਂ, ਉਹ ਸਹੀ ਦੋਸਤੀ ਹੈ ਨਹੀਂ, ਬਟ ਅ ਨੈਟ ਕਾਸਟ ਫੋਰਥ, ਇਹ ਸਿਰਫ ਤੇ ਸਿਰਫ ਕੀ ਹੈ ਇੱਕ ਜਾਲ ਹੈ ਜਿਹੜਾ ਅੱਗੇ ਸੁੱਟਿਆ ਗਿਆ ਹੈਗਾ, ਐਂਡ ਓਨਲੀ ਦ ਅਨਪ੍ਰੋਫਿਟੇਬਲ ਇਜ਼ ਕਾਟ, ਤੇ ਇਸ ਦੇ ਵਿੱਚ ਕਿਸ ਦਾ ਨੁਕਸਾਨ ਹੁੰਦਾ ਗਾ, ਤੇ ਜਿਹੜੀ ਚੀਜ਼ ਕੀ ਹੈਗੀ ਮੀਨਸ ਟੂ ਸੇ ਜਿਹੜੀ ਚੀਜ਼ ਅਨਪ੍ਰੋਫਿਟੇਬਲ ਹੈਗੀ, ਜਿਹੜੀ ਕਿਸੇ ਦੇ ਲਈ ਦੋਨਾਂ ਦੋਸਤਾਂ ਵਿੱਚ ਫਾਇਦੇਮੰਦ ਚੀਜ਼ ਨਹੀਂ ਸੀ, ਉਹ ਚੀਜ਼ ਹੀ ਕੀ ਹੈਗੀ ਜੋ ਜਦੋਂ ਵੀ ਉਸ ਚੀਜ਼ ਦੀ ਜ਼ਰੂਰਤ ਪਊਗੀ, ਓਕੇ, ਤੁਸੀਂ ਉਸ ਚੀਜ਼ ਨੂੰ ਪ੍ਰਾਪਤ ਕਰੋਗੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਹੀ ਨਹੀਂ ਸੀ, ਜੇ ਤੁਸੀਂ ਕੀ ਦੋਸਤੀ ਦੇ ਵਿੱਚ ਮਤਲਬ ਹੀ ਨਾ ਹੋਵੇ, ਓਕੇ, ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ, ਤੇ ਤੁਹਾਡੇ ਜਿਹੜਾ ਦੋਸਤ ਜੇ ਤੁਹਾਡੇ ਨਾਲੋਂ ਮਾੜੇ ਸਮੇਂ ਦੇ ਵਿੱਚ ਖੜਦਾ ਗਾ ਤਾਂ ਉਹ ਤੁਹਾਨੂੰ ਤੁਹਾਡੇ ਬੈਸਟ ਸਮੇਂ ਦੇ ਵਿੱਚ, ਤੁਹਾਡੇ ਸਭ ਤੋਂ ਚੰਗੇ ਸਮੇਂ ਦੇ ਵਿੱਚ ਉਹ ਤੁਹਾਨੂੰ ਡਿਜ਼ਰਵ ਕਰਦਾ ਗਾ, ਉਹ ਤੁਹਾਡਾ ਸਾਥ ਡਿਜ਼ਰਵ ਕਰਦਾ ਗਾ, ਉਸ ਦਾ ਇਹ ਹੱਕ ਬਣਦਾ ਗਾ ਕਿ ਉਹ ਤੁਹਾਡੇ ਚੰਗੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਹੋਵੇ, ਤੇ ਤੁਹਾਡਾ ਇਹ ਕਰਤੱਵ ਹੈ ਕਿ ਤੁਸੀਂ ਉਸ ਨੂੰ ਨਾਲ ਰੱਖੋ, ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ, if he must know the ebb of your tide let him know its flood also, ebb means tides, waves ਹੁੰਦੀਆਂ ਨਾ ਸਮੁੰਦਰ ਦੇ ਵਿੱਚ ਹਨਾ ਜਾਂ ਰਿਵਰ ਵਗੈਰਾ ਦੇ ਵਿੱਚ, ਸੋ ਜੇ ਉਹ ਤੁਹਾਡੀ ਜੋ ਉਸ ਨੂੰ ਐਬ ਨੂੰ ਜਾਣਦਾ ਗਾ, ਓਕੇ, ਜਦੋਂ ਕੀ ਹੈਗਾ ਐਬ ਹੁੰਦਾ ਹੈਗਾ ਆਪਣਾ ਜਦੋਂ ਕੀ ਹੈਗਾ ਸੀ ਤੋਂ ਜਿਹੜੀਆਂ ਟਾਈਡਸ ਨਹੀਂ ਆ ਉਹ ਪਰੇ ਜਾਂਦੀਆਂ ਨੇਗੀਆਂ, ਪਰੇ ਚੱਲਦੇ ਨੇ, ਤਾਂ ਉਸ ਟਾਈਮ ਨੂੰ ਐਬ ਕਹਿੰਦੇ ਨੇਗੇ। ਸੋ ਨੋਰਮਲੀ ਜਦੋਂ ਤੁਸੀਂ ਨੈਚੁਰਲੀ ਜਦੋਂ ਤੁਸੀਂ ਨੋਰਮਲ ਬਿਹੇਵ ਕਰ ਰਹੇ ਹੋ ਸੋਸਾਇਟੀ ਦੇ ਵਿੱਚ, ਤੁਹਾਡਾ ਸਹੀ ਟਾਈਮ ਚੱਲ ਰਿਹਾ, ਜੇ ਤੁਹਾਨੂੰ ਉਸ ਟਾਈਮ ਜਾਣਦਾ ਹੈ ਲੈਟ ਹਿਮ ਨੋ ਇਟਸ ਫਲੱਡ ਆਲਸੋ, ਤਾਂ ਉਸਨੂੰ ਤੁਹਾਡਾ ਬੁਰਾ ਟਾਈਮ ਵੀ ਦਿਖਾਓ, ਉਸਨੂੰ ਮਹਿਸੂਸ ਕਰਾਓ ਕਿ ਤੁਸੀਂ ਬੁਰੇ ਟਾਈਮ ਦੇ ਵਿੱਚ ਕਿੱਦਾਂ ਆਗੇ, ਓਕੇ, ਇਟ ਮੀਨਸ ਤਕਲੀਫ ਦੇ ਵਿੱਚ ਤੁਹਾਡਾ ਦੋਸਤ ਤੁਹਾਡੇ ਨਾਲ ਹੋਣਾ ਚਾਹੀਦਾ, ਓਕੇ, for what is your friend that you should seek him with arms to kill, ਕਿਉਂਕਿ for what is your friend that you should seek him with arms to kill, ਸੋ ਜਿਹੜੇ ਵੀ ਆਰਜ਼ ਆਉਣ ਵਾਲੇ ਜਿਹੜੇ ਵੀ ਸਮੇਂ ਆਉਣ ਵਾਲੇ ਨੇਗੇ ਉਹ ਕੀ ਹੈਗਾ ਤੁਹਾਡੇ ਦੋਸਤ ਨੂੰ ਤੁਹਾਡੇ ਕੀ ਉਹਦੇ ਨਾਲ ਤੁਹਾਡੇ ਨਾਲ ਹੋਣਾ ਚਾਹੀਦਾ ਹੈ, ਓਕੇ, seek him always with hours to live, ਜੋ ਵੀ ਆਉਣ ਵਾਲਾ ਸਮਾਂ ਗਾ ਤੁਸੀਂ ਤੁਹਾਨੂੰ ਕੀ ਉਸ ਨੂੰ ਮੰਗਣਾ ਚਾਹੀਦਾ, ਉਹਦਾ ਸਾਥ ਮੰਗਣਾ ਚਾਹੀਦਾ,
for it is his to fill your need but not your emptiness। ਇਸ ਦਾ ਮਤਲਬ ਇਹ ਹੈਗਾ ਕਿ ਸਿਰਫ ਤੇ ਸਿਰਫ ਉਹ ਕੀ ਹੈਗਾ, ਉਹ ਤੁਹਾਡੀ ਸਿਰਫ ਤੇ ਸਿਰਫ ਤੁਹਾਡੀ ਖਾਲੀਪਨ ਨੂੰ ਭਰਨ ਦਾ ਇੱਕ ਜ਼ਰੀਆ ਨਹੀਂ ਹੋਣਾ ਚਾਹੀਦਾ, ਉਹ ਤੁਹਾਡੀ ਜ਼ਰੂਰਤ ਹੋਣੀ ਚਾਹੀਦੀ ਆਉਣ ਵਾਲੇ ਸਮੇਂ ਦੀ, ਹਮੇਸ਼ਾ ਦੀ ਜ਼ਰੂਰਤ ਹੋਣੀ ਚਾਹੀਦੀ। ਇੱਕ ਵਧੀਆ ਜ਼ਿੰਦਗੀ ਜਿਉਣ ਦੀ, ਇੱਕ ਚੰਗੇ ਇਨਸਾਨ ਬਣਨ ਦੀ ਲਈ ਤੁਹਾਨੂੰ ਉਸ ਦੀ ਜ਼ਰੂਰਤ ਹੈਗੀ। Okay, because he is your guiding spirit। And in the sweetness of friendship let there be laughter। ਤੇ ਦੋਸਤੀ ਦੀ ਇਸ ਮਿਠਾਸ ਦੇ ਵਿੱਚ let there be laughter, ਉੱਥੇ ਹਾਸਾ ਮਜ਼ਾਕ ਹੋਣਾ ਚਾਹੀਦਾ। and sharing of pleasures, ਤੇ ਜੋ ਵੀ ਤੁਹਾਡੇ ਚਾਅ ਨੇ, ਜੋ ਤੁਹਾਡੀ ਖੁਸ਼ੀਆਂ ਨੇ, ਜੋ ਵੀ ਤੁਸੀਂ ਆਨੰਦ ਮਾਣ ਰਹੇ ਹੋ ਉੱਥੇ ਸ਼ੇਅਰ ਹੋਣਾ ਚਾਹੀਦਾ ਤੁਹਾਡਾ। ਓਕੇ, ਤੁਸੀਂ ਦੋਨਾਂ ਨੂੰ ਕਿਉਂ ਚੀਜ਼ਾਂ ਨੂੰ ਸ਼ੇਅਰ ਕਰਨਾ ਚਾਹੀਦਾ ਜਦੋਂ ਵੀ ਤੁਸੀਂ ਆਨੰਦ ਲੈ ਰਹੇ ਹੋਗੇ ਕਿਸੇ ਵੀ ਚੀਜ਼ ਦਾ, ਚੰਗੇ ਸਮੇਂ ਦਾ। ਓਕੇ, for in the dew of little things the heart finds its morning and is refreshed। so dew ਹੁੰਦੀ ਹੈਗੀ, ਤੁਸੀਂ ਸੁਣਿਆ ਹੋਣਾ ਤਰੇਲ। for in the dew of little things, ਕਿਉਂਕਿ ਜੋ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਰੋਜ਼ਮਰਾ ਦੀ ਜ਼ਿੰਦਗੀ ਦੀ ਜਿਹੜੀਆਂ ਆਪਾਂ ਨਾਰਮਲ ਜਿਹੀਆਂ ਚੀਜ਼ਾਂ ਹੁੰਦੀਆਂ ਛੋਟੇ ਛੋਟੀਆਂ, ਉਹਨਾਂ ਦੇ ਵਿੱਚ ਕੀ ਹੈਗਾ, ਜਿਹੜਾ ਹਾਰਟ ਹੈ ਮੀਨਸ ਜਿਹੜਾ ਦੋਸਤ ਹੈਗਾ ਆਪਣੀ ਦੋਸਤੀ ਲੱਭ ਲੈਂਦਾ ਗਾ। the heart finds its morning, ਉਹ ਆਪਣੀ ਸਵੇਰ ਲੱਭ ਲੈਂਦਾ ਗਾ। and is refreshed, ਤੇ ਉਹ ਛੋਟੇ ਛੋਟੀਆਂ ਚੀਜ਼ਾਂ ਕੀ ਨੇ ਦੋਸਤੀ ਨੂੰ ਤਾਜ਼ਾ ਰੱਖਦੇ ਨੇ, ਉਸ ਨੂੰ ਬਣਾਏ ਰੱਖਦੇ ਨੇ, ਉਸ ਨੂੰ ਨਵਾਂ ਬਣਾਏ ਰੱਖਦੇ ਨੇ। ਓਕੇ, so let's move to the center idea of the poem now। So let's begin the center idea of the poem। You may take the screenshot of it। The poem on friendship is written by Khalil Gibran। जो पोएम हैगी किसने लिखी हैगी, एक लिखी गई हैगी कैलिल जिब्रन दे ਲਈ, जिब्रन ने लिखी है कविता। ओके, so the poet tells us about the real friendship। जो कवि ने सानू real friendship ਦੇ ਬਾਰੇ ਦੱਸਦੇ ਨੇ, ਜੋ ਕਿ so the poem on friendship is written by Khalil Gibran। oh sorry, there is a spelling mistake, let me correct it। the poem is written by Khalil Gibran। the poet tells us about the real friendship। जो कवि ने सानू real friendship बारे ਦੱਸਦੇ ਨੇ कि real friendship ਕੀ ਹੈ। a friend is a gift of God। जो एक friend है वो भगवान ਦਾ, God ਦਾ ਆਪਾਂ ਨੂੰ gift ਹੈ, ਤੋਹਫਾ ਹੈ। he is God's way of answering our needs, answering your needs। ਉਹ ਇੱਕ ਰੱਬ ਦਾ ਆਪਣਾ ਤਰੀਕਾ, ਰੱਬ ਦਾ ਇੱਕ ਜ਼ਰੀਆ ਹੈਗਾ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਦਾ। he shares his thoughts and feelings without any fear। ਉਹ ਆਪਣੇ ਖਿਆਲਾਂ ਨੂੰ ਐਂਡ ਆਪਣੀਆਂ ਭਾਵਨਾਵਾਂ ਨੂੰ ਬਿਨਾਂ ਕਿਸੇ ਡਰ ਤੋਂ ਉਹ ਕੀ ਐਕਸਪ੍ਰੈਸ ਕਰਦਾ, ਸ਼ੇਅਰ ਕਰਦਾ ਵਾ। ਉਸ ਨੂੰ ਇਹ ਨਹੀਂ ਸੋਚਦਾ ਕਿ ਉਹ ਤੁਸੀਂ ਕੀ ਸੋਚੋਗੇ ਉਸ ਬਾਰੇ, ਜਾਂ ਕਿ ਉਹ ਜੋ ਉਹ ਐਜ਼ ਆਈ ਟੋਲਡ ਯੂ ਦੈਟ ਹੀ ਫੋਲੋਜ਼ ਟਰੁਥ, ਉਹ ਕੀ ਹੈਗਾ ਸੱਚ ਦਾ ਸਾਥ ਦਿੰਦਾ ਵਾ। ਹਿਜ਼ ਲਵ ਇਜ਼ ਅਨਕੰਡੀਸ਼ਨਲ। ਜਿਹੜਾ ਉਸ ਦਾ ਪਿਆਰ ਹੈ ਕਿ ਉਹ ਕੀ ਹੈਗਾ ਅਨਕੰਡੀਸ਼ਨਲ ਆ, ਮੀਨਸ ਉਹ ਕਿਸੇ ਕੰਡੀਸ਼ਨ ਤੇ ਨਹੀਂ, ਜੇ ਤੁਸੀਂ ਉਸ ਨੂੰ ਪਿਆਰ ਕਰਨਾ ਮੀਨਸ ਉਹ ਸਿਰਫ ਫੇਰ ਹੀ ਤੁਹਾਨੂੰ ਪਿਆਰ ਕਰੂਗਾ। ਮੀਨਸ ਉਸ ਦਾ ਲਵ ਕੀ ਹੈਗਾ ਅਨਕੰਡੀਸ਼ਨਲ ਹੈ, ਮੀਨਸ ਇਫ ਯੂ ਡੋਂਟ ਲਵ ਹਿਮ even then he keeps loving you, ਤਾਂ ਫਿਰ ਵੀ ਕੀ ਹੈ ਉਹ ਤੁਹਾਨੂੰ ਪਿਆਰ ਕਰਦਾ ਹੈ। and he always guides his friend, ਤੇ ਉਹ ਕੀ ਕਰਦਾ ਹਮੇਸ਼ਾ ਆਪਣੇ ਦੋਸਤ ਨੂੰ ਗਾਈਡ ਕਰਦਾ ਹੈਗਾ ਇੱਕ ਗਾਈਡਿੰਗ ਸਪਿਰਿਟ ਦੀ ਤਰ੍ਹਾਂ। ਓਕੇ, ਇੱਕ ਲਾਈਟ ਹਾਊਸ ਦੀ ਤਰ੍ਹਾਂ, ਜਿਵੇਂ ਇੱਕ ਸਮੁੰਦਰ ਤੇ ਲਾਈਟ ਹਾਊਸ ਹੁੰਦਾ ਹੈਗਾ ਉਹ ਸੇਲਰਸ ਨੂੰ ਗਾਈਡ ਕਰਦਾ, ਉਵੇਂ ਕੀ ਤੁਹਾਡਾ ਦੋਸਤ ਉਸਨੂੰ ਤੁਹਾਨੂੰ ਗਾਈਡ ਕਰਦਾ ਹੈਗਾ। his friendship makes the spiritual bonds stronger। ਤੇ ਉਸਦੀ ਜੋ ਫਰੈਂਡਸ਼ਿਪ ਆ ਉਹ ਕੀ ਹੈਗਾ ਸਪਿਰਿਚੁਅਲ ਬੌਂਡਸ ਨੂੰ strong ਕਰਦੀ ਹੈ। okay, so thank you very much।